ਅਮਰਦਾਸ ਗੁਰ ਹਿਰਦੇ ਧਿਆਵਾ, ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰਾ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨਾ, ਜੀਤੇ ਪੰਜ ਵਿਕਾਰ। ਤਿਨ ਸੰਤਨ ਕਾ ਬੰਦਨਾ, ਸਿਰ ਚਰਨਨ ਪਰ ਤਾਰ। ਤਿਨ ਸੰਤਨ ਕਾ ਬੰਦਨਾ, ਸਿਰ ਚਰਨਨ ਪਰ ਤਾਰ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਕੇਤਕ ਦਿਨ ਬੀਤੇ ਜਬ ਹੈ, ਗੁਰ ਦਰਸ਼ਨ ਨਹਿ ਕੀਨਾ। ਜੋ ਨਿਤ ਪ੍ਰਤ ਨਿਕਟੀ ਰਹੈ, ਹੋਏ ਪ੍ਰੇਮ ਆਧੀਨ। ਕੇਤਕ ਦਿਨ ਬੀਤੇ ਜਬ ਹੈ, ਗੁਰ ਦਰਸ਼ਨ ਨਹਿ ਕੀਨਾ। ਜੋ ਨਿਤ ਪ੍ਰਤ ਨਿਕਟੀ ਰਹੈ, ਹੋਏ ਪ੍ਰੇਮ ਆਧੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਅਰ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਜਿਨ ਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਜਗ ਦਾਤੇ ਭਗਤ ਵਛਲ ਦਇਆ ਨਿਧ, ਕਰੁਣਾ ਨਿਧਾਨ ਦਸ ਪਾਤਸ਼ਾਹੀਓ ਜੀ ਕੇ ਪਾਵਨ ਪਵਿੱਤਰ ਸਵਰੂਪ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਮਹਾਰਾਜ ਦੇ ਦਰਸ਼ਨ ਦੀਦਾਰ ਕਰ ਆਪਾਂ ਆਪਣਿਆਂ ਨੇਤਰਾਂ ਨੂੰ ਸਫਲਿਆਂ ਬਣਾਇਆ ਹੈ। ਗੁਰੂ ਗਰੀਬ ਨਵਾਜ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰ ਘਰ ਦੀ ਸੋਭਾ
ਸਿਫਤ ਸਲਾਗਾ ਸ਼ਰਵਣ ਕਰਨ ਵਾਸਤੇ ਆਪ ਨਿਤਾ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਪਰ ਪਾਵਨ ਪਵਿੱਤਰ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਦੇ ਹੋ। ਸੱਚੇ ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਰੂਪ ਗਾਥਾ ਆਪ ਰਲ ਮਿਲ ਕਰਕੇ ਸ਼ਰਵਣ ਕਰ ਰਹੇ ਹੋ। ਜਥਾ ਪ੍ਰਸੰਗ ਸਾਧ ਸੰਗਤ ਜੀ ਪਿਛਲੇ ਦੀ ਬਾਣ ਵਿੱਚ ਆਪ ਜੀਆਂ ਸ਼ਰਵਣ ਕੀਤਾ ਹੈ। ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਇਆ ਕਰੁਣਾ ਖਿਮਾ ਦੀ ਮੂਰਤ ਹਨ। ਭਾਵੇਂ ਕਿ ਤਪੇ ਦੇ ਭੁਲੇਵੇ ਵਿੱਚ ਆਉਣ ਕਰਕੇ ਖਡੂਰ ਸਾਹਿਬ ਦੇ ਵਾਸੀਆਂ ਨੇ ਮਹਾਰਾਜ ਨੂੰ ਖਡੂਰ ਨਗਰ ਵਿੱਚੋਂ ਕੱਢ ਦਿੱਤਾ। ਤਪੇ ਨੂੰ ਉਸ ਦੀ ਕਰਨੀ ਦਾ ਫਲ ਜਥਾ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਭੁਗਤਾਇਆ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਵੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਚਰਨ ਸ਼ਰਨ ਜਿੱਥੇ ਮਹਾਰਾਜ ਬਾਹਰ ਛਾਪਰੀ ਸਾਹਿਬ ਦੇ ਪਾਵਨ ਸਥਾਨ ਤੇ ਉਹ ਸਮੇਂ ਦੇ ਖਾਨ ਰਜਾਦਾ ਨਾਵੇਂ ਸਥਾਨ ਤੇ ਟਿਕੇ ਹੋਏ ਸਨ। ਸੱਚੇ ਪਾਤਸ਼ਾਹ ਜੀ ਦੇ ਚਰਨ ਸ਼ਰਨ ਪਰਸਣੇ ਕੀਤੇ। ਭੁੱਲਾਂ ਬਖਸ਼ਾਈਆਂ ਮਹਾਰਾਜ ਸਾਥੋਂ ਭੁੱਲ ਹੋ ਗਈ ਹੈ। ਜਦੇ ਹੀ ਫਿਰ ਸ੍ਰੀ ਅਮਰਦਾਸ ਜੀ ਮਹਾਰਾਜ ਦਰਸ਼ਨ ਕਰਨ ਜਾ ਕਰਕੇ ਦਰਸ਼ਨ ਕੀਤੇ। ਮਹਾਰਾਜ ਜੀਆਂ ਮੁਖ ਫੇਰ ਲਿਆ। ਦੂਸਰੀ ਦਿਸ਼ਾ ਜਾਂਦੇ ਆ ਮਹਾਰਾਜ ਜੀ ਤੀਜੀ ਦਿਸ਼ਾ ਮੁਖ ਕਰ ਲੈਂਦੇ ਹਨ। ਹੱਥ ਜੋੜ ਕੇ ਆਖਿਆ ਮਹਾਰਾਜ ਸਾਥੋਂ ਕੀ ਭੁੱਲ ਹੋਈ ਹੈ? ਜੇ ਹੋਈ ਹੈ ਤਾਂ ਮਹਾਰਾਜ ਆਪ ਬਖਸ਼ਣ ਯੋਗ ਹੋ, ਬਖਸ਼ ਦੇਵੋ। ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀਆਂ ਦਾ ਕਹਿਣਾ ਕਿ ਹੇ ਸ੍ਰੀ ਅਮਰਦਾਸ ਜੀ ਤੁਸਾਂ ਚੰਗਾ ਨਹੀਂ ਕੀਤਾ। ਜੇਕਰ ਤਪਾ ਪਾਪੀ ਸੀ ਉਸ ਦੀ ਕੀਤੀ ਦਾ ਫਲ ਉਸਨੂੰ ਪਰਮੇਸ਼ਰ ਜ਼ਰੂਰ ਦਿੰਦਾ। ਕਰਨ ਕਾਰਨ ਸਮਰੱਥ ਹੈ, ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ, ਜਿਨ ਕਲ ਰੱਖੀ ਧਾਰ। ਤੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਖਿਆ ਮਹਾਰਾਜ ਭੁੱਲ ਹੋ ਗਈ, ਅਗਾਂਹ ਸਮੱਤ ਬਖਸ਼ਿਸ਼ ਕਰੋ। ਦੱਸਿਆ ਕਿ ਭਾਈ ਇਹ ਘਰ ਤਾਂ ਨੀਵਿਆਂ ਦਾ ਹੈ। ਤੋ ਮਹਾਰਾਜ ਗੁਰੂ ਅੰਗਦ ਪਾਤਸ਼ਾਹ ਜੀਆਂ ਸ੍ਰੀ ਅਮਰਦਾਸ ਜੀਆਂ ਨੂੰ ਅਗਾਂਹ ਵਾਸਤੇ ਆਖਿਆ ਐਸਾ ਨਾ ਕਰਮ ਕਰਨਾ ਕਦੇ ਵੀ। ਇਥੋਂ ਫਿਰ ਜਿਹੜੇ ਖਹਿਰੇ ਜ਼ਿਮੀਂਦਾਰ ਜੱਟ ਸਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀਆਂ ਨੂੰ ਲੈਣ ਵਾਸਤੇ ਸਾਰਾ ਨਗਰ ਆਇਆ। ਹੱਥ ਜੋੜ ਕਰਕੇ ਕੀਤੀਆਂ ਭੁੱਲਾਂ ਦੀ ਮਾਫੀ ਮੰਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਹੈ ਨਹੀਂ ਖਿਮਾ ਦੀ ਮੂਰਤ। ਸਤਿਗੁਰਾਂ ਆਖਿਆ ਕਿ ਭਾਈ ਤੁਸਾਂ ਸਾਨੂੰ ਆਖਿਆ ਸੀ ਚਲੇ ਜਾਓ, ਅਸੀਂ ਚਲੇ ਗਏ ਸਾਂ। ਤੁਹਾਡੇ ਵਿੱਚ ਦੁਬਿਧਾ ਬਹੁਤ ਹੀ ਸੀ। ਜੇ ਸਾਡੇ ਕਰਕੇ ਤੁਹਾਡੇ ਨਗਰ ਦਾ ਪਿੰਡ ਦਾ ਨੁਕਸਾਨ ਹੁੰਦਾ ਅਸੀਂ ਨਹੀਂ ਚਾਹੁੰਦੇ। ਅਸੀਂ ਤਾਂ ਇਹ ਲੋਚਦੇ ਹਾਂ ਤੁਸੀਂ ਸਦਾ ਖੁਸ਼ੀਆਂ ਖੇੜਿਆਂ ਵਿੱਚ ਵਾਸਾ ਕਰੋ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਤੋ ਤੁਹਾਡੇ ਭਲੇ ਵਾਸਤੇ ਪਿੰਡ ਛੱਡ ਕੇ ਆ ਗਏ ਸੀ। ਜੇ ਹੁਣ ਤੁਸੀਂ ਆਖੋ ਕਿ ਸਾਡੇ ਨਗਰ ਚੱਲੋ, ਸਾਡਾ ਇਸੇ ਵਿੱਚ ਹੀ ਭਲਾ ਖੁਸ਼ੀ ਹੈ, ਤੋ ਸਾਧ ਸੰਗਤ ਜੀ ਸਾਡਾ ਕੋਈ ਬਿਦ ਨਖੇਦ ਇੱਛਾ ਨਹੀਂ, ਭਾਵ ਹਾਂ ਨਾ ਕੋਈ ਨਹੀਂ, ਅਸੀਂ ਜਾਣ ਨੂੰ ਤਿਆਰ ਹਾਂ। ਪਲੰਗਾ ਚਕਵਾ ਕਰਕੇ ਮਹਾਰਾਜ ਜੀ ਖਡੂਰ ਸਾਹਿਬ ਨਗਰ ਨੂੰ ਵਾਪਸ ਆਏ। ਰਸਤੇ ਵਿੱਚ ਭੈਰੋਂਪੁਰ ਨਾਮ ਦਾ ਨਗਰ, ਜਿੱਥੇ ਖੀਵਾ ਪੱਲਾ ਨਾਮ ਦਾ ਇੱਕ ਸਿੱਖ ਮਹਾਰਾਜ ਦਾ ਰਹਿੰਦਾ, ਇਹਨੂੰ ਜਦ ਪਤਾ ਲੱਗਿਆ ਵੀ ਗੁਰੂ ਅੰਗਦ ਪਾਤਸ਼ਾਹ ਜੀ ਸਾਡੇ ਨਗਰ ਦੇ ਰਸਤੇ ਆ ਰਹੇ ਹਨ, ਇਸ ਨੇ ਅੱਗੋਂ ਦੀ ਹੋ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਹੱਥ ਜੋੜ ਕੇ ਆਖੇ ਮਹਾਰਾਜ ਦਇਆ ਕਰੋ, ਮੇਰੇ ਘਰ ਵਿੱਚ ਪ੍ਰਸ਼ਾਦਾ ਛਕੋ। ਮਹਾਰਾਜ ਦਾ ਉਤਾਰਾ ਬੜੇ ਸਤਿਕਾਰ ਦੇ ਨਾਲ ਉਤਾਰਾ ਨਗਰ ਦੇ ਬਾਰ-ਬਾਰ ਕਰਵਾਇਆ। ਉੱਥੇ ਵੀ ਸੁੰਦਰ ਸਥਾਨ ਬਣਿਆ ਹੋਇਆ ਹੈ ਤੇ ਇਸ ਭਾਈ ਖੀਓ ਨੇ ਆਪਣੇ ਘਰ ਵਿੱਚ ਪ੍ਰਸ਼ਾਦਾ ਤਿਆਰ ਕਰਵਾ ਫਿਰ ਮਹਾਰਾਜ ਨੂੰ ਆਪ ਬੜੇ ਸਤਿਕਾਰ ਦੇ ਨਾਲ ਆਪਣੇ ਘਰ ਵਿੱਚ ਲੈ ਕੇ ਆਇਆ। ਮਹਾਰਾਜ ਦੇ ਚਰਨ ਪਰਸੇ ਸੰਗਤ ਨੂੰ, ਸਿੱਖਾਂ ਨੂੰ ਪ੍ਰਸ਼ਾਦਾ ਛਕਾ ਕਰਕੇ ਗੁਰੂ ਕੇ ਦਰ ਕਰਦਿਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਇਹਦੇ ਘਰ ਕੋਈ ਸੰਤਾਨ ਨਹੀਂ ਸੀ। ਮਹਾਰਾਜ ਜਾਂਦੇ ਹੋਏ ਵਰਦਾਨ ਵੀ ਦੇ ਗਏ ਕਿ ਮਹਾਰਾਜ ਤੁਹਾਨੂੰ ਪੁੱਤਰ ਦਾ ਸੁਖ ਬਖਸ਼ਿਸ਼ ਕਰੇ। ਇਥੋਂ ਮਹਾਰਾਜ ਚੱਲਦੇ ਚੱਲਦੇ ਖਡੂਰ ਸਾਹਿਬ ਨਗਰ ਆ ਗਏ। ਸ਼੍ਰੀ ਅਮਰਦੇਵ ਜੀ ਵੀ ਨਾਲ ਹਨ। ਜਦੋਂ ਸੰਧਿਆ ਦਾ ਸਮਾਂ ਹੋਇਆ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਖਿਆ, ਹੇ ਸ਼੍ਰੀ ਅਮਰਦਾਸ ਜੀ, ਤੁਸੀਂ ਹੁਣ ਗੋਇੰਦਵਾਲ ਸਾਹਿਬ ਚਲੇ ਜਾਓ। ਮਹਾਰਾਜ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਜਾਣ ਦਾ ਢੰਗ ਉਹੀ ਹੈ। 3 ਕੋਹ ਤੱਕ ਪਿਛਲੇ ਪੈਰੀ ਜਾਂਦੇ ਆ, ਮੁੱਖ ਖਡੂਰ ਸਾਹਿਬ ਵੱਲ ਰੱਖਦੇ ਆ। ਚੱਲਦੇ ਚੱਲਦੇ ਜਿੱਥੇ ਮਹਾਰਾਜ 3 ਕੋਹ ਤੇ ਉਹ ਮੱਥਾ ਟੇਕਦੇ ਹੁੰਦੇ ਆ, ਜਪਜੀ ਸਾਹਿਬ ਜੀ ਜਿੰਨੀ ਬਾਣੀ ਪੜ੍ਹ ਕਰਕੇ ਉਹਦੀ ਭੋਗ ਵਜੋਂ, ਨਾਲੇ ਮਹਾਰਾਜ ਦਾ ਸ਼ੁਕਰਾਨਾ ਕਰਦੇ, ਆਗਿਆ ਲੈਂਦੇ ਵੀ ਮਹਾਰਾਜ ਹੁਣ ਮੁੱਖ ਕਰ ਲਈਏ ਗੋਇੰਦਵਾਲ ਸਾਹਿਬ ਨੂੰ। ਉੱਥੇ ਸਾਧ ਸੰਗਤ ਦੀ ਕੋਈ ਪ੍ਰਾਣੀ ਕਿਸੇ ਤਰੀਕੇ ਨਾਲ ਮੌਤ ਹੋਈ, ਕਈਆਂ ਦੇ ਸਰੀਰ ਵੀ ਰੁਲ ਰਲ ਜਾਂਦੇ ਆ ਵਿਚਾਰਿਆਂ ਦੇ। ਮੁਸਲਮਾਨ ਧਰਮ ਅਨੁਸਾਰ ਨਾ ਦਫਨ ਹੁੰਦੇ ਆ, ਸਿੱਖ ਹਿੰਦੂ ਰੀਤੀ ਅਨੁਸਾਰ ਸੰਸਕਾਰ ਵੀ ਨਹੀਂ ਹੁੰਦਾ। ਇਹੋ ਜਿਹੇ ਜਿਹੜੇ ਵਿਚਾਰੇ ਲੋਕ ਹੁੰਦੇ ਆ ਸਾਧ ਸੰਗਤ ਜੀ, ਜਿਨ੍ਹਾਂ ਦੇ ਨਿਮਿਤ ਕੋਈ ਪਾਠ ਪੂਜਾ ਨਹੀਂ ਹੁੰਦਾ, ਉਹ ਜਿਹੜੇ ਅਧੋਗਤੀ ਨੂੰ ਫਿਰ ਪ੍ਰਾਪਤ ਹੁੰਦੇ ਆ ਵਿਚਾਰੇ। ਤੋ ਇਸ ਤਰ੍ਹਾਂ ਫਿਰ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਪਿਛਲੇ ਪੈਰੀ ਜਾ ਰਹੇ ਆ, ਇਹੋ ਜਿਹੀ ਕਿਸੇ ਨਰਕਾਂ ਦੇ ਭਾਗੀ ਦੀ ਹੱਡੀ ਮਹਾਰਾਜ ਦੇ ਚਰਨਾਂ ਨੂੰ ਲੱਗੀ। ਝਾਟੀ ਉਹ ਮਨੁੱਖਾ ਸਰੀਰ ਧਾਰਨ ਕਰ ਆਇਆ। ਫਿਰ ਇੱਥੋਂ ਭਾਵ ਨਰਕ ਤੋਂ ਧਰਤੀਓਂ ਜੂਨੀ ਛਿਣਚੀ ਪੂਰੀ ਕਰਕੇ ਫੇਰ ਸੱਚਖੰਡ ਨੂੰ, ਸੁਰਗ ਨੂੰ ਗਿਆ। ਸ਼੍ਰੀ ਅਮਰਦਾਸ ਜੀ ਮਹਾਰਾਜ ਦੇ ਨਾਲ ਜਿਹੜੇ ਸਿੱਖ ਗੋਇੰਦਵਾਲ ਸਾਹਿਬ ਜਾ ਰਹੇ ਸੀ, ਉਹਨਾਂ ਵੇਖਿਆ ਇਹ ਭਾਰੀ ਕੌਤਕ ਤੇ ਆਣ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੂੰ ਦੱਸਿਆ। ਅਗਲੇ ਦਿਨ ਤੜਕੇ ਸ਼੍ਰੀ ਅਮਰਦਾਸ ਜੀ ਮਹਾਰਾਜ ਵੀ ਸੰਗਤ ਵਿੱਚ ਬੈਠੇ ਹੋਏ ਸਨ, ਕਿਉਂ ਨੇਮ ਸੀਗਾ ਰੋਜ਼ ਦਰਸ਼ਨ ਕਰਨ ਦਾ। ਖਡੂਰ ਸਾਹਿਬ ਵਿੱਚ ਬੈਠੇ ਹੋਏ ਹਨ ਸ਼੍ਰੀ ਅਮਰਦਾਸ ਜੀ ਮਹਾਰਾਜ ਵੀ। ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੂੰ ਸਿੱਖਾਂ ਦੱਸਿਆ, ਮਹਾਰਾਜ ਆਹ ਕੌਤਕ ਵਰਤਿਆ ਕੱਲ। ਧੰਨ ਗੁਰੂ ਅੰਗਦ ਪਾਤਸ਼ਾਹ ਜੀ ਕਹਿੰਦੇ, ਹੇ ਸ਼੍ਰੀ ਅਮਰਦਾਸ ਜੀ, ਇੱਕ ਅੱਛੀ ਸਿੱਖਿਆ ਹੈ, ਚੰਗੀ ਤਰ੍ਹਾਂ ਆਪ ਜੀ ਹਿਰਦੇ ਵਿੱਚ ਵਸਾਓ। ਸੰਤਾਂ ਸਾਧੂਆਂ ਦਾ, ਗੁਰਮਤੀਆਂ ਦਾ, ਸ਼੍ਰੇਸ਼ਟ ਹਿਰਦੇ ਵਾਲਿਆਂ ਦਾ ਇਹ ਸਿਧਾਂਤ ਨਹੀਂ ਹੁੰਦਾ ਕਰਾਮਾਤ ਵਿਖਾਉਣੀ। ਪਰ ਅਸੀਂ ਇਹ ਵੀ ਜਾਣਦੇ ਹਾਂ, ਤੁਸੀਂ ਕਰਾਮਾਤ ਦੀ ਮੂਰਤ ਹੋ, ਨਾ ਵੀ ਚਾਹੋ ਤਾਂ ਵੀ ਤੁਹਾਡੇ ਸਰੀਰ ਹੀ ਹੁਣ ਕਰਾਮਾਤ ਬਣਿਆ ਹੋਇਆ ਹੈ। ਤੁਸੀਂ ਕਰਾਮਾਤ ਦਾ ਰੂਪ ਬਣ ਚੁੱਕੇ ਹੋ। ਕਿਉਂ 12 ਸਾਲ ਦੀ ਸੇਵਾ ਬਹੁਤ ਭਾਰੀ ਕੀਤੀ, ਔਰ ਇਸ ਕਰਕੇ ਮਹਾਰਾਜ ਕਹਿੰਦੇ ਸਾਡਾ ਆਦੇਸ਼ ਹੈ ਵੀ ਤੁਸੀਂ ਹੁਣ ਖਡੂਰ ਸਾਹਿਬ ਨਹੀਂ ਆਉਣਾ। ਇਉਂ ਰਸਤੇ ਵਿੱਚ ਕਿਸੇ ਨਾ ਕਿਸੇ ਜੀਵ ਦੇ ਸ਼ਵ ਰੁਲਦੇ ਆ, ਤੇ ਇਸ ਤਰ੍ਹਾਂ ਫਿਰ ਕਰਾਮਾਤ ਹੋਵੇਗੀ, ਅੱਛਾ ਨਹੀਂ ਹੋਵੇਗਾ। ਸੰਸਾਰ ਦੀ ਰੀਤੀ ਵਿਗੜਦੀ ਹੈ। ਮਹਾਰਾਜ ਜੀਆਂ 7 ਬਚਨ ਆਖੇ, ਜਦੋਂ ਤੁਹਾਨੂੰ ਦਰਸ਼ਨਾਂ ਦੀ ਖਿੱਚ ਪਵੇਗੀ ਅਸੀਂ ਆਪ ਆਵਾਂਗੇ। ਇਹ ਪ੍ਰਸੰਗ ਸਾਧ ਸੰਗਤ ਜੀ ਆਪਾਂ ਕੱਲ ਵਿਚਾਰਿਆ ਹੈ। ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਖਡੂਰ ਸਾਹਿਬ ਆ ਗਏ। ਕੁਝ ਸਮਾਂ ਰਹੇ, ਅੱਗੇ ਜਥਾ ਪ੍ਰਸੰਗ ਆਉਂਦਾ ਹੈ। ਦਰਸ਼ਨਾਂ ਦੀ ਖਿੱਚ ਪ੍ਰਾਪਤ ਪੈਦਾ ਹੋਈ ਹਿਰਦੇ ਵਿੱਚ, ਫਿਰ ਲੋਚਦੇ ਆ ਵੀ ਮਹਾਰਾਜ ਦਰਸ਼ਨ ਦਿਓ। ਉਹ ਜਥਾ ਪ੍ਰਸੰਗ ਅੱਗੇ ਆ ਰਿਹਾ ਹੈ। ਆਪਾਂ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਖਾਲਸਾ ਜੀ ਸਰਵਣ ਕਰੀਏ। ਰਸਨਾ ਕਰੋ ਜੀ ਪਵਿੱਤਰ ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੇਤਕ ਦਿਨ ਬੀਤੇ ਜਬ ਹੈ। ਸ਼੍ਰੀ ਅਮਰਦਾਸ ਜੀ ਮਹਾਰਾਜ ਫਿਰ ਮਹਾਰਾਜ ਦਾ ਹੁਕਮ ਪ੍ਰਾਪਤ ਕਰਕੇ ਖਡੂਰ ਸਾਹਿਬ ਆ ਗਏ। ਕਵੀ ਜੀ ਕਹਿੰਦੇ ਆ, ਕੁਝ ਕੁ ਦਿਨ ਮਹਾਰਾਜ ਦੇ ਦਰਸ਼ਨਾਂ ਤੋਂ ਬਿਨਾਂ ਹੀ ਸ਼੍ਰੀ ਅਮਰਦੇਵ ਜੀ ਦੇ ਬਤੀਤ ਹੋਏ ਆ। ਗੁਰ ਦਰਸ਼ਨ ਨਹਿ ਕੀਨ ਸੱਚੇ ਪਾਤਸ਼ਾਹ ਦਾ ਦਰਸ਼ਨ ਨਾ ਜਦ ਪ੍ਰਾਪਤ ਹੋਇਆ। ਜੋ ਨਿਤ ਪ੍ਰਤ ਨਿਕਟੀ ਰਹੈ। ਜਿਹੜੇ ਸ਼੍ਰੀ ਅਮਰਦਾਸ ਜੀ ਮਹਾਰਾਜ ਨਿਤਾ ਪ੍ਰਤੀ ਹੀ ਨਿਕਟ ਰਹਿੰਦੇ ਸੀ। ਸਦਾ ਹੀ ਸ਼੍ਰੀ ਅੰਗਦ ਪਾਤਸ਼ਾਹ ਮਹਾਰਾਜ ਦੇ 12 ਸਾਲ ਤਾਂ ਨਿਰੰਤਰ, ਤੇ ਉਸ ਤਰ੍ਹਾਂ ਵੀ ਮਹਾਰਾਜ ਦੇ ਪਾਸ ਰਹਿੰਦੇ ਨਿਤਾ ਦਰਸ਼ਨ ਕਰਦੇ ਸਨ। ਹੋਏ ਪ੍ਰੇਮ ਆਧੀਨ ਉਹ ਸ਼੍ਰੀ ਅਮਰਦਾਸ ਜੀ ਮਹਾਰਾਜ ਤਾਂ ਦਰਸ਼ਨਾਂ ਤੋਂ ਬਾਅਦ
ਸਤਿਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਪ੍ਰੇਮ ਦੇ ਅਧੀਨ ਹੋ ਗਏ ਹਨ। ਚੌਪਈ ਤਿਨ ਕੋ ਬਿਨ ਦੇਖੇ ਦਿਨ ਬੀਤੇ। ਤੇ ਦਿਨ ਬਤੀਤ ਕਰ ਰਹੇ ਆ ਜਦੋਂ ਸ੍ਰੀ ਅੰਗਦ ਪਾਤਸ਼ਾਹ ਨੂੰ ਦਰਸ਼ਨ ਕੀਤੇ ਬਿਨਾ। ਕੁਤੋ ਸ਼ਾਂਤ ਕਰ ਚੀਤ ਪ੍ਰਤੀਤੇ। ਤੇ ਕੁਝ ਕੁ ਤਾਂ ਜਿਹੜਾ ਵੈ ਸ਼ਾਂਤ ਕਰਕੇ ਚਿੱਤ ਜਿਹੜਾ ਹੈ ਰੱਖਿਆ ਹੈ ਵੀ ਚਿੱਤ ਵਿੱਚ ਸ਼ਾਂਤੀ ਕਿਵੇਂ ਪ੍ਰਤੀਤ ਆਵੇ। ਚਾਹੇ ਜ਼ੋਰ ਲਾਉਂਦੇ ਆ ਵੀ ਚਿੱਤ ਸ਼ਾਂਤ ਹੋ ਜਾਵੇ, ਪਰ ਚਿੱਤ ਸ਼ਾਂਤ ਹੁੰਦਾ ਨਹੀਂ ਮਹਾਰਾਜ ਦੇ ਦਰਸ਼ਨਾਂ ਬਿਨ। ਤਰਫਤ ਰਾਤ ਨੀਂਦ ਨਹਿ ਆਵੈ। ਰਾਤ ਵੀ ਤੜਫਦਿਆਂ ਦੀ ਲੰਘਦੀ ਹੈ, ਨੇਤਰਾਂ ਵਿੱਚ ਨੀਂਦ ਨਹੀਂ ਪੈਂਦੀ ਹੈ। ਦਿਨ ਮਹਿ ਰੁਚ ਕਰ ਆਸਨ ਨ ਪਾਵੈ। ਤੇ ਜਦੋਂ ਦਿਨ ਚੜ੍ਹਦਾ ਫਿਰ ਰੁਚੀ ਦੇ ਨਾਲ ਪ੍ਰਸ਼ਾਦਾ ਪਾਣੀ ਵੀ ਢੰਗ ਨਾਲ ਚੱਜ ਨਾਲ ਛਕਦੇ ਨਹੀਂ ਹਨ ਸ੍ਰੀ ਅਮਰਦਾਸ ਜੀ। ਖਾਣ ਪਾਣ ਸੋ ਸਨੇਹੂ। ਤੇ ਜਿਹੜਾ ਖਾਣ ਪਾਣ ਦੇ ਨਾਲ ਸਨੇਹੋ ਖਾਣ ਪਾਣ ਸੋ ਨਹੀਂ ਸਨੇਹੂ, ਖਾਣ ਪਾਣ ਦੇ ਨਾਲ ਸਨੇਹ ਨਹੀਂ ਰਿਹਾ, ਮੋਹ ਨਹੀਂ ਰਿਹਾ ਹੈ। ਪਦ ਅਰਬਿੰਦਨ ਪ੍ਰੇਮ ਅਛੇਹੂ। ਤੇ ਪ੍ਰੇਮ ਹੈ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਨਾਲ ਅਥਾਹ ਜਿਨ੍ਹਾਂ ਦਾ ਪ੍ਰੇਮ ਹੈ। ਸਭ ਸੋ ਉਦਾਸੀ ਨਰ ਨ ਰਹਿ ਬੈਸੇ। ਸਭ ਸੋ ਉਦਾਸੀਨ ਰਹਿ ਬੈਸੇ। ਸਾਰਿਆਂ ਤੋਂ ਉਦਾਸੀ ਹੋ ਕਰਕੇ ਭਾਵ ਉਪਰਾਮ ਚਿਤ ਹੋ ਕਰਕੇ ਇਕੱਲੇ ਬੈਠੇ ਰਹਿੰਦੇ ਆ। ਨਹਿਰ ਚ ਬੋਲਣ ਸੁਨਹਿ ਨ ਕੈਸੇ। ਨਾ ਹੀ ਕਿਸੇ ਨਾਲ ਬਹੁਤਾ ਪ੍ਰੇਮ ਰੁਚੀ ਵਿਖਾਉਂਦੇ ਬੋਲਣ ਵਿੱਚ, ਤੇ ਨਾ ਹੀ ਕਿਸੇ ਦਾ ਮਹਾਰਾਜ ਕੋਈ ਬਚਨ ਸੁਣਦੇ ਆ। ਮਨ ਸਿਮਰਨ ਕਰ ਕਰੋ ਹਕਾਰਨ। ਜਿਨ੍ਹਾਂ ਮਨ ਬਾਣੀ ਸਰੀਰ ਕਰਕੇ ਜਾਂ ਮਨ ਕਰਕੇ ਚੇਤੇ ਕਰ ਰਹੇ ਆ ਤੇ ਵਿਚਾਰ ਕਰਦੇ ਆ। ਸ਼੍ਰੀ ਅਮਰਦਾਸ ਜੀ ਵੀ ਕਿਉਂ ਨਾ ਹੁਣ ਮਹਾਰਾਜ ਨੇ ਆਖਿਆ ਸੀ ਨਾ ਯਾਦ ਕਰੋਗੇ ਅਸੀਂ ਆ ਜਾਵਾਂਗੇ ਦਰਸ਼ਨ ਦੇਣ ਵਾਸਤੇ। ਤੇ ਇੱਛਾ ਕਰਦੇ ਵਿਚਾਰ ਕਰਦੇ ਵੀ ਕਿਉਂ ਨਾ ਫਿਰ ਮਨ ਕਰਕੇ ਯਾਦ ਕਰੀਏ ਸ਼੍ਰੀ ਅੰਗਦ ਦੇਵ ਜੀ ਨੂੰ ਤਾਂ ਕਿ ਸਾਨੂੰ ਦਰਸ਼ਨ ਦੇਣ ਵਾਸਤੇ ਆ ਜਾਣ। ਨਿਸ਼ਚੈ ਆਵਹਿਗੇ ਮਮ ਕਾਰਨ। ਤੇ ਅਸੀਂ ਜਾਣਦੇ ਆ ਵੀ ਜੇ ਅਸੀਂ ਯਾਦ ਕਰੀਏ ਨਾ ਮਨ ਕਰਕੇ ਤੇ ਗੁਰੂ ਅੰਗਦ ਪਾਤਸ਼ਾਹ ਜੀ ਸਾਡੇ ਪ੍ਰੇਮ ਦੇ ਖਿੱਚੇ ਹੋਏ ਜ਼ਰੂਰ ਗੋਇੰਦਵਾਲ ਸਾਹਿਬ ਪਹੁੰਚਣਗੇ। ਤਉ ਤਿਨ੍ਹਾ ਕੋ ਸ਼ਰਮ ਮਗ ਹੋਏ। ਪਰ ਫੇਰ ਵੀ ਮਹਾਰਾਜ ਇੱਥੋਂ ਚੱਲ ਕੇ ਆਉਣਗੇ ਚਾਰ ਕੋ ਤੇ ਮਹਾਰਾਜ ਨੂੰ ਥਕਾਵਟ ਹੋਵੇਗੀ। ਸਾਡੇ ਕਾਰਨ ਚੱਲ ਕੇ ਆਉਣਾ ਪਵੇਗਾ। ਇਹੋ ਮੇਰੇ ਚਿਤ ਰੁਚ ਹੈ ਨ ਕੋਏ। ਤੇ ਸ਼੍ਰੀ ਅਮਰਦਾਸ ਜੀ ਕਹਿੰਦੇ ਸਾਡੇ ਮਨ ਵਿੱਚ ਪਾਉਂਦਾ ਨਹੀਂ ਵੀ ਸਾਡੇ ਕਾਰਨ ਮਹਾਰਾਜ ਚੱਲ ਕੇ ਆਉਣ। ਇੰਨੀ ਦੂਰ ਤੇ ਥਕਾਵਟ ਹੋਵੇ ਸਤਿਗੁਰਾਂ ਨੂੰ। ਦਰਸ਼ਨ ਬਿਨਾ ਸ਼ਾਂਤ ਕਿਮ ਧਾਰੈ। ਪਰ ਕੀ ਕਰੀ ਹੁਣ ਦਰਸ਼ਨਾਂ ਤੋਂ ਬਿਨਾਂ ਦੁਚਿੱਤੀ ਹੈ, ਸ਼ਾਂਤੀ ਵੀ ਨਹੀਂ। ਜੇ ਸੱਦਦੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਚੱਲ ਕੇ ਆਉਣਾ ਪਵੇਗਾ। ਜੇ ਨਹੀਂ ਆਉਂਦੇ ਮਹਾਰਾਜ ਤੇ ਸਾਨੂੰ ਸ਼ਾਂਤੀ ਨਹੀਂ ਮਿਲਣੀ ਹੈ। ਇਮ ਅਸਮੰਜਸ ਹਿਰਦੈ ਵਿਚਾਰੈ। ਇਉਂ ਆ ਗੱਲ ਅਸਮਝ ਹੋ ਚੁੱਕੀ ਹੈ, ਸਮਝ ਨਹੀਂ ਪੈਂਦੀ। ਦੁਚਿੱਤੀ ਵਿੱਚ ਫਸੇ ਹੋਏ ਹਨ, ਵਿਚਾਰਾਂ ਕਰ ਰਹੇ ਆ। ਜਾਏ ਖਡੂਰ ਨਿਹਾਰਨ ਕਰਹਾ। ਕਦੀ ਕਹਿੰਦੇ ਆ ਫਿਰ ਨਹੀਂ ਤੇ ਖਡੂਰ ਸਾਹਿਬ ਚਲੇ ਜਾਂਦੇ, ਉੱਥੇ ਜਾ ਕੇ ਮਹਾਰਾਜ ਦੇ ਦਰਸ਼ਨ ਕਰ ਆਈਏ। ਹੁਕਮ ਮਿਟਹਿ ਅਪਰਾਧ ਵਿਚਰਹੁ। ਪਰ ਫਿਰ ਕਹਿੰਦੇ ਆ ਮਹਾਰਾਜ ਗੁਰੂ ਅੰਗਦ ਪਾਤਸ਼ਾਹ ਜੀ ਦਾ ਹੁਕਮ ਹੋਇਆ ਵੀ ਤੁਸੀਂ ਖਡੂਰ ਸਾਹਿਬ ਨਹੀਂ ਆਉਣਾ। ਇਹ ਅਪਰਾਧ ਹੋ ਜਾਵੇਗਾ ਜੇ ਅਸੀਂ ਮਹਾਰਾਜ ਦਾ ਬਚਨ ਮੋੜਿਆ, ਬਚਨ ਨਾ ਮੰਨਿਆ। ਮਨ ਮਹਿ ਅਨਗਿਨ ਠਾਨ ਹੈ ਗਿਣਤੀ। ਮਨ ਵਿੱਚ ਬੇਅੰਤ ਤਰ੍ਹਾਂ ਦੀਆਂ ਗਿਣਤੀਆਂ ਜਿਹੜੀਆਂ ਠਾਣ ਰਹੇ ਸੱਚੇ ਪਾਤਸ਼ਾਹ ਜੀ। ਨਿਸ ਦਿਨ ਭਨ ਹੈ ਦੀਨ ਬਨ ਬਿਨਤੀ। ਤੇ ਦਿਨ ਰਾਤ ਹੀ ਫਿਰ ਦੀਨ ਜੇ ਬਣ ਕੇ ਆਏ ਨਿਮਾਣੇ ਹੋ ਕਰਕੇ ਬੇਨਤੀਆਂ ਕਰ ਰਹੇ ਆ। ਚਿਤ ਚਟਪਟੀ ਲਗਤ ਅਧਿਕਾਈ। ਚਿੱਤ ਜਿਹੜਾ ਹੈ ਨਾ ਉਹ ਬਹੁਤ ਬੇਚੈਨ ਹੋ ਚੁੱਕਾ ਹੈ, ਬਹੁਤ ਹੀ ਬੇਚੈਨੀ ਹਿਰਦੇ ਅੰਦਰ ਹੈ। ਕਰੋ ਕਹਾ ਕੁਛ ਕਰੀ ਨ ਜਾਈ। ਤੇ ਕੀ ਕਰਨ ਹੁਣ, ਕੁਝ ਕੀਤਾ ਨਹੀਂ ਜਾ ਸਕਦਾ। ਜੇ ਜਾਂਦੇ ਆ ਤੇ ਮਹਾਰਾਜ ਦਾ ਹੁਕਮ ਦੀ ਅਵੱਗਿਆ ਹੁੰਦੀ ਹੈ। ਤੇ ਪ੍ਰੇਮ ਇੰਨਾ ਵੀ ਜੇ ਬੁਲਾਵਾਂਗੇ ਆ ਤਾਂ ਜਾਣਗੇ, ਪਰ ਮਹਾਰਾਜ ਨੂੰ ਫਿਰ ਕੀ ਅਸੀਂ ਮਹਾਰਾਜ ਨੂੰ ਹੁਣ ਇੱਥੇ ਬੁਲਾਈਏ, ਸਾਡੇ ਕਾਰਨ ਮਹਾਰਾਜ ਨੂੰ ਚੱਲ ਕੇ ਆਉਣਾ ਪਵੇ। ਇਹ ਵੀ ਗੱਲ ਚੰਗੀ ਨਹੀਂ ਲੱਗਦੀ। ਇਉਂ ਦੋ ਪਾਸੇ ਮਨ ਬੜਾ ਬੇਚੈਨ ਹੈ। ਪੁੱਤ ਸ਼੍ਰੀ ਅੰਗਦ ਜਗ ਗੁਰ ਸੁਆਮੀ। ਤੇ ਕੁਝ ਕੀਤਾ ਜਾ ਨਹੀਂ ਸਕਦਾ। ਉਧਰ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਹੜੇ ਸਾਰੇ ਸੰਸਾਰ ਦੇ ਸੁਆਮੀ ਹਨ, ਸਭ ਸੰਸਾਰ ਦੇ ਮਾਲਕ ਹੈ। ਦਾਸ ਹਿਰਦੈ ਲਖ ਅੰਤਰ ਜਾਮੀ। ਇਹ ਹੁਣ ਅੰਤਰਜਾਮੀ ਗੁਰੂ ਅੰਗਦ ਪਾਤਸ਼ਾਹ ਜੀ ਜਾਣ ਗਏ ਆ ਆਪਣੇ ਦਾਸ ਸੇਵਕ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਮਨ ਵਿੱਚ ਕੀ ਸੋਚ ਰਹੇ ਹਨ। ਬੜੀ ਪਿਆਸ ਜਿਹ ਸ਼ਾਂਤ ਨ ਆਵਤ। ਮਹਾਰਾਜ ਗੁਰੂ ਅੰਗਦ ਪਾਤਸ਼ਾਹ ਜੀ ਜਾਣ ਗਏ ਆ ਵੀ ਸ਼੍ਰੀ ਅਮਰਦਾਸ ਜੀ ਸਾਡੇ ਦਰਸ਼ਨਾਂ ਨੂੰ ਲੋਚਦੇ ਆ। ਹਿਰਦੇ ਵਿੱਚ ਦਰਸ਼ਨਾਂ ਦੀ ਡਾਢੀ ਪਿਆਸ ਵਧੀ ਹੋਈ ਹੈ।
ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਪ੍ਰਾਪਤ ਹੋ ਰਹੀ ਸਾਡੇ ਦਰਸ਼ਨ ਬਿਨ। ਸੁਖ ਚਤ ਚਿਤ ਕਰ ਨਹੀਂ ਬੁਲਾਵਤ। ਉਂਝ ਸੰਕੋਚ ਕਰਦੇ ਆ, ਚੇਤੇ ਕਰਕੇ ਸਾਨੂੰ ਬੁਲਾਉਣਾ ਨਹੀਂ ਚਾਹੁੰਦੇ ਹਨ। ਅਸਮੰਜਸ ਮਹਿ ਸੇਵਕ ਪਰਿਓ। ਸਾਡਾ ਸੇਵਕ ਸ੍ਰੀ ਅਮਰਦਾਸ ਜੀ ਅਸਮਝ ਵਿੱਚ ਪੈ ਚੁੱਕੇ ਆ, ਭਾਵ ਦੁਬਦਾ ਜੀ ਵਿੱਚ, ਦੁਚਿੱਤੀ ਵਿੱਚ ਪਏ ਹੋਏ ਹਨ। ਆਪਣੋ ਬਿਰਦ ਸੰਭਾਲਣ ਕਰਿਓ। ਇਧਰ ਸ੍ਰੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀਆਂ ਨੇ ਆਪ ਦਾ ਬਿਰਦ ਧਰਮ ਸੰਭਾਲਣਾ ਕੀਤਾ। ਮਹਾਰਾਜ ਗੁਰੂ ਅਮਰਦਾਸ ਜੀ ਅੰਗਦ ਦੇਵ ਜੀ ਮਹਾਰਾਜ ਦਾ ਧਰਮ ਹੈ ਨਾ, ਮਹਾਰਾਜ ਕਹਿੰਦੇ ਸਾਨੂੰ ਕੋਈ ਮਨ ਕਰਕੇ ਪ੍ਰੇਮ ਨਾਲ ਯਾਦ ਕਰੇ, ਅਸੀਂ ਉੱਥੇ ਹੀ ਦਰਸ਼ਨ ਦੇਣ ਜਾਈਦਾ ਹੈ। ਤੋ ਇਹ ਮਹਾਰਾਜ ਦਾ ਜਿਹੜਾ ਧਰਮ ਹੈ ਉਹ ਧਰਮ ਸੰਭਾਲਿਆ ਸਤਿਗੁਰੂ ਅੰਗਦ ਪਾਤਸ਼ਾਹ ਜੀ ਨੇ। ਜਿਮ ਚਾਤ੍ਰਿਕ ਕੀ ਪਿਆਸ ਵਿਚਾਰ। ਇਧਰ ਜਿਵੇਂ ਚਾਤ੍ਰਿਕ ਦੀ ਪਿਆਸ ਵਿਚਾਰ ਲਵੇ ਵੀ ਬਪੀਹੇ ਨੂੰ ਬਹੁਤ ਪਿਆਸ ਹੈ। ਜਲ ਧਰ ਧਾਵਹਿ ਕਰਣਾ ਧਾਰ। ਬੱਦਲ ਜਾਣ ਲਵੇ ਵੀ ਬਬੀਹਾ ਬੜਾ ਪਿਆਸਾ ਹੈ, ਤੇ ਬਬੀਹੇ ਦੀ ਪਿਆਸ ਜਾਣ ਕਰਕੇ ਬੱਦਲ ਜਿਹੜਾ ਕਿਰਪਾ ਧਾਰ ਕੇ ਬੜਾ ਮੀਂਹ ਪਾਵੇ ਬਬੀਹੇ ਦੀ ਖਾਤਰ। ਬੂਝ ਪ੍ਰੇਮ ਨਿਜ ਬਚਨ ਸੰਭਾਲਾ। ਤੇ ਇਸੇ ਤਰ੍ਹਾਂ ਪ੍ਰੇਮ ਜਾਣ ਗਏ ਆ ਵੀ ਸਾਡੇ ਦਰਸ਼ਨਾਂ ਦੀ ਬੜੀ ਪਿਆਸ ਹੈ। ਬਬੀਹੇ ਰੂਪ ਹਨ ਸ੍ਰੀ ਗੁਰੂ ਅਮਰਦਾਸ ਜੀ, ਤੇ ਇਧਰ ਬੱਦਲ ਰੂਪ ਹਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ। ਧੰਨ ਸ੍ਰੀ ਅਮਰਦਾਸ ਜੀ ਦਾ ਪ੍ਰੇਮ ਜਾਣਿਆ ਸਤਿਗੁਰਾਂ ਨੇ ਆਪ ਦਾ ਬਚਨ ਸੰਭਾਲਿਆ ਵੀ ਜੇ ਤੁਸੀਂ ਸਾਨੂੰ ਯਾਦ ਕਰੋਗੇ ਤੇ ਅਸੀਂ ਆਪ ਚੱਲ ਕੇ ਗੋਇੰਦਵਾਲ ਸਾਹਿਬ ਦਰਸ਼ਨ ਦੇਣ ਆਵਾਂਗੇ। ਉਠ ਕਰ ਗਮਨੇ ਦਇਆਲ ਵਿਸਾਲਾ। ਦਇਆ ਦੇ ਘਰ ਗੁਰੂ ਅੰਗਦ ਦੇਵ ਜੀ ਮਹਾਰਾਜ ਉੱਠ ਕੇ ਚੱਲੇ ਹਨ। ਰਹਿਓ ਨਿਕਟ ਜਬ ਗੋਇੰਦਵਾਲੂ। ਤੇ ਇਥੋਂ ਤੁਰੇ ਆ ਖਡੂਰ ਸਾਹਿਬ ਤੋਂ, ਜਦੋਂ ਥੋੜਾ ਲਾਗੇ ਰਹਿ ਗਿਆ ਨਾ ਗੋਇੰਦਵਾਲ ਸਾਹਿਬ ਦਾ ਪਾਵਨ ਸਥਾਨ। ਲਾਖੋ ਸ਼੍ਰੀ ਅਮਰ ਉੱਠੇ ਤਤਕਾਲੂ। ਹੁਣ ਸ੍ਰੀ ਅਮਰਦਾਸ ਜੀ ਮਹਾਰਾਜ ਜੀ ਵੀ ਪ੍ਰੇਮ ਦੀ ਡੋਰੀ ਐਸੀ ਵਾ ਜਾਣ ਗਏ ਆ ਵੀ ਸਤਿਗੁਰੂ ਆ ਰਹੇ ਆ। ਇੰਨਾ ਮਨ ਜਿਹੜਾ ਵਾ ਸਤਿਗੁਰਾਂ ਨਾਲ ਜੁੜਿਆ ਹੋਇਆ, ਪਹਿਲਾਂ ਹੀ ਜਾਣ ਗਏ ਆ ਵੀ ਗੁਰੂ ਅੰਗਦ ਦੇਵ ਜੀ ਮਹਾਰਾਜ ਆ ਰਹੇ ਹਨ। ਅੱਗੋਂ ਉੱਠ ਤੁਰੇ ਹਨ। ਹਿਤ ਸਨਮਾਨ ਅਗਾਰੀ ਗਏ। ਤੇ ਮਹਾਰਾਜ ਦਾ ਸਤਿਕਾਰ ਕਰਨ ਵਾਸਤੇ ਅੱਗੋਂ ਲੈਣ ਗਏ ਆ। ਮਨਹਾ ਪ੍ਰੇਮ ਧਰਮ ਮੂਰਤ ਧਏ। ਇਉਂ ਮਾਨੋ ਗੁਰੂ ਅਮਰਦਾਸ ਜੀ ਪ੍ਰੇਮ ਦੀ ਮੂਰਤੀ ਜਾ ਰਹੀ ਹੈ। ਦੇਖ ਦੂਰ ਤੇ ਦ੍ਰਿਗ ਜਲ ਛਾਏ। ਜਦੋਂ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਹੁਣ ਦਰਸ਼ਨ ਕੀਤੇ ਨੂੰ ਦਿਨ ਕਾਫੀ ਹੋ ਗਏ ਸੀ, ਸ੍ਰੀ ਅਮਰਦਾਸ ਜੀਆਂ ਨਾ ਕੀਤੇ ਦਰਸ਼ਨ। ਤੇ ਜਦੋਂ ਦੂਰੋਂ ਵੇਖਿਆ ਨਾ ਗੁਰੂ ਅੰਗਦ ਪਾਤਸ਼ਾਹ ਜੀ ਆ ਰਹੇ ਆਉਂਦੇ ਨਜ਼ਰ ਪਏ ਤੇ ਨੇਤਰਾਂ ਚੋਂ ਜਲ ਜਿਹੜਾ ਵਾ ਵਹਿਣਾ ਸ਼ੁਰੂ ਹੋ